ਵਾਹਿਗੁਰੂ ਸਾਹਿਬ ਜੀ। ਡੰਡੋਤ ਵੰਦਨ ਕਵਾਰ। ਸਰਵ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ। ਨਾਨਕ ਦੇ ਕਰ ਹੱਥ ਜੇਤਾ ਜੀਓ ਪਿੰਡ ਸਭ ਤੇਰਾ। ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ। ਜਿਹਾ ਤੂੰ ਕਰਾਏ ਤਿਹਾ ਹੂੰ ਕਰੀ ਵਖਿਆਨ। ਬੇਸ਼ੁਮਾਰ ਅਥਾਹ ਗਣਤ ਅਤੁਲੈ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ ਸਤਿਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਗੁਰਮੁਖ ਸੱਚੇ ਭਾਮਦੇ ਦਰ ਸੱਚੈ ਸਚਿਆਰ। ਸਾਜਨ ਮਨ ਆਨੰਦ ਹੈ ਗੁਰ ਕਾ ਸ਼ਬਦ ਵਿਚਾਰ। ਅੰਤਰ ਸ਼ਬਦ ਵਸਾਇਆ ਦੁਖ ਕਟਿਆ ਚਾਨਣ ਕੀਆ ਕਰਤਾਰ। ਨਾਨਕ ਰਖਣ ਹਾਰਾ ਰਖਸੀ ਆਪਣੀ ਕਿਰਪਾ ਧਾਰ। ਨਾਨਕ ਰਖਣ ਹਾਰਾ ਰਖਸੀ ਆਪਣੀ ਕਿਰਪਾ ਧਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਬਖਸ਼ ਕੀਤੀ ਹੈ। ਸਤ ਸੰਗਤ ਦਾ ਅਮੋਲਕ ਸਮਾਂ ਬਖਸ਼ਿਆ ਹੈ। ਇਸ ਪਾਵਨ ਸਥਾਨ ਤੇ ਗੁਰਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਇਸ ਦੇ ਤਹਿਤ ਰਾਗ ਬਿਹਾਗੜਾ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਵਾਰ, ਜਿਸ ਦੇ ਵਿੱਚੋਂ ਪਾਵਨ ਅੰਮ੍ਰਿਤ ਬਚਨਾਂ ਦੀ ਵਿਚਾਰ ਆਪ ਸਰਵਣ ਕਰ ਰਹੇ ਹੋ। 549 ਅੰਗ ਤੇ ਧੰਨ ਗੁਰੂ ਰਾਮਦਾਸ ਮਹਾਰਾਜ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਜੋ ਬਖਸ਼ਿਸ਼ਾਂ ਕਰ ਰਹੇ ਹਨ। ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਨਾਲ ਜੁੜ ਕੇ ਲਾਹਾ ਪ੍ਰਾਪਤ ਕਰੀਏ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਦਿਆਂ ਹੋਇਆਂ ਫਰਮਾਨ ਕਰਦੇ ਨੇ, ਹੇ ਮਾਲਕ ਵਾਹਿਗੁਰੂ, ਤੇਰੀ ਵਡਿਆਈ ਨੂੰ ਤੂੰ ਹੀ ਜਾਣਦਾ ਹੈ। ਤੇਰੇ ਵਰਗਾ ਹੋਰ ਕੋਈ ਨਹੀਂ ਹੈ, ਨਾ ਹੀ ਕੋਈ ਤੇਰੇ ਬਰਾਬਰ ਦਾ ਸ਼ਰੀਕ ਹੈ। ਜਿਨ੍ਹਾਂ ਨੇ ਤੈਨੂੰ ਸੇਵਿਆ ਹੈ, ਨਾਮ ਜਪਿਆ, ਉਹਨਾਂ ਨੂੰ ਸੁੱਖ ਮਿਲਿਆ ਹੈ ਤੇ ਉਹਨਾਂ ਦੀ ਵੀ ਦੁਨੀਆ ਵਿੱਚ ਕੋਈ ਰੀਸ ਨਹੀਂ ਕਰ ਸਕਦਾ। ਤੂੰ ਸਾਰਾ ਕੁਝ ਕਰਨ ਕਰਾਵਣਹਾਰ ਹੈ। ਐਸਾ ਮਾਲਕ ਵਾਹਿਗੁਰੂ ਜੋ ਨਿਰੰਕਾਰ ਹੈ। ਗੁਰਮੁਖ ਅਕਾਲ ਪੁਰਖ ਵਾਹਿਗੁਰੂ ਜੀ ਦੀ ਭਗਤੀ ਕਰਕੇ ਜੀਵਨ ਵਿੱਚ ਲਾਹਾ ਪ੍ਰਾਪਤ ਕਰਦੇ ਨੇ। ਹੋਰ ਜੋ ਬਖਸ਼ਿਸ਼ਾਂ ਸਤਿਗੁਰੂ ਜੀ ਕਰ ਰਹੇ ਹਨ, ਸਤਿਗੁਰੂ ਦੇ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ। ਸਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ 2 ਸ਼ਲੋਕ ਗੁਰੂ ਰਾਮਦਾਸ ਮਹਾਰਾਜ ਜੀ ਦੀ ਜੋ ਪੌੜੀ ਦਾ ਸ਼ਬਦ ਹੈ ਉਹਦੇ ਨਾਲ ਆਏ ਹਨ। ਆਓ ਸਾਂਝ ਪਾਈਏ। ਪਾਤਸ਼ਾਹ ਫਰਮਾਨ ਕਰ ਰਹੇ ਨੇ। ਸ਼ਲੋਕ ਮਹੱਲਾ ਤੀਜਾ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਨੇ, ਗੁਰਮੁਖ ਸੱਚੈ ਭਾਮਦੇ ਦਰ ਸੱਚੈ ਸਚਿਆਰ। ਗੁਰਮੁਖ ਸੱਚੇ ਵਾਹਿਗੁਰੂ ਨੂੰ ਭਾਮਦੇ ਹਨ। ਉਹ ਵਾਹਿਗੁਰੂ ਦੇ ਦਰ ਤੇ ਸਚਿਆਰ ਹੋ ਕੇ ਨਿਬੜੇ ਹਨ। ਸਾਰੇ ਮਨੁੱਖਾਂ ਦਾ ਜੀਵਨ ਉਹਨਾਂ ਦਾ ਇੱਕੋ ਲਕਸ਼ ਹੈ। ਸਾਰੇ ਧਰਮਾਂ ਦੇ ਮਨੁੱਖਾਂ ਦਾ ਇੱਕੋ ਲਕਸ਼ ਹੈ। ਭਾਵ ਸਾਰੀ ਸ੍ਰਿਸ਼ਟੀ ਦੇ ਮਨੁੱਖਾਂ ਦਾ ਇੱਕ ਲਕਸ਼ ਹੈ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ।
ਵਾਹਿਗੁਰੂ ਦਾ ਰੂਪ ਕਿਵੇਂ ਹੋਇਆ ਜਾਵੇ। ਜੀਵ ਅਤੇ ਪਰਮਾਤਮਾ ਦੇ ਵਿਚਾਲੇ ਜੋ ਕੂੜ ਦੀ ਕੰਧ ਹੈ ਉਹ ਕਿਵੇਂ ਟੁੱਟੇ। ਤੋ ਪਾਤਸ਼ਾਹ ਜੀ ਪ੍ਰਮਾਣ ਕਰ ਰਹੇ ਨੇ, ਹੁਕਮ ਦੇ ਵਿੱਚ ਚੱਲਣਾ ਪਵੇਗਾ। ਗੁਰਮੁਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲੇ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਇਸ ਕਰਕੇ ਉਹ ਗੁਰਮੁਖ ਸੱਚੇ ਵਾਹਿਗੁਰੂ ਨੂੰ ਭਾਵਦੇ ਨੇ, ਕਿਉਂਕਿ ਉਹਨਾਂ ਨੇ ਵਾਹਿਗੁਰੂ ਦੇ ਹੁਕਮ ਨੂੰ ਪਛਾਣ ਲਿਆ ਹੈ ਤੇ ਉਹ ਵਾਹਿਗੁਰੂ ਦੇ ਦਰ ਤੇ, ਸੱਚੇ ਵਾਹਿਗੁਰੂ ਦੇ ਦਰ ਤੇ ਸਚਿਆਰ ਹੋ ਗਏ ਹਨ। ਭਾਵ ਉੱਥੇ ਲੇਖੇ ਵਿੱਚ ਲੱਗੇ ਨੇ, ਪ੍ਰਵਾਨ ਹੋ ਗਏ ਨੇ, ਸੱਚ ਦਾ ਰੂਪ ਹੋ ਗਏ ਨੇ, ਵਾਹਿਗੁਰੂ ਵਿੱਚ ਵਿਲੀਨ ਹੋਏ ਹਨ। ਸਾਜਨ ਮਨ ਆਨੰਦ ਹੈ ਗੁਰ ਕਾ ਸ਼ਬਦ ਵਿਚਾਰ। ਉਹਨਾਂ ਗੁਰਮੁਖ ਸੱਜਣਾ ਦੇ ਮਨ ਵਿੱਚ ਆਨੰਦ ਹੈ। ਔਰ ਇਹ ਆਨੰਦ ਆਇਆ ਕਿਵੇਂ ਹੈ? ਗੁਰੂ ਦੇ ਸ਼ਬਦ ਦੀ ਵਿਚਾਰ ਦੁਆਰਾ। ਗੁਰੂ ਦੇ ਸ਼ਬਦ ਦੀ ਵਿਚਾਰ ਦਾ ਕੀ ਭਾਵ ਹੈ? ਵੀ ਆਪਾਂ ਕਥਾ ਕਰੀਏ ਸਾਰੇ। ਗੁਰ ਕੇ ਸ਼ਬਦ ਦੀ ਵਿਚਾਰ ਦਾ ਭਾਵ ਹੈ ਵੀ ਉਹਨੂੰ ਆਪਣੇ ਜੀਵਨ ਵਿੱਚ ਆਪਾਂ ਧਾਰਨ ਕਰੀਏ। ਉਹ ਕੀ ਹੈ? ਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਝੂਠ ਨਾ ਬੋਲ, ਨਿੰਦਿਆ ਨਾ ਕਰ, ਮਾੜਾ ਨਾ ਦੇਖ, ਮਾੜਾ ਨਾ ਸੁਣ। ਜਦੋਂ ਆਪਾਂ ਇਹਨੂੰ ਧਾਰਨ ਕਰਨ ਲੱਗ ਜਾਵਾਂਗੇ ਤੇ ਸਮਝ ਲਓ ਆਪਾਂ ਗੁਰੂ ਦੇ ਸ਼ਬਦ ਨੂੰ ਵਿਚਾਰਨ ਲੱਗ ਪਏ ਹਾਂ। ਜੋ ਗੁਰੂ ਦਾ ਸ਼ਬਦ ਕਹਿ ਰਿਹਾ ਹੈ ਉਹਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਨ ਲੱਗ ਜਾਣਾ। ਇਹ ਹੈ ਗੁਰ ਕੀ ਵਿਚਾਰ। ਗੁਰਮੁਖਾਂ ਨੇ ਸ਼ਬਦ ਨੂੰ ਵਿਚਾਰਿਆ ਹੈ ਤੇ ਆਪਣੇ ਜੀਵਨ ਦੇ ਵਿੱਚ ਧਾਰਨ ਕਰਨ ਲੱਗ ਪਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਨਾ ਭਾਈ ਗੜੀਆ ਜੀ ਤੇ ਹੋਰ ਕਈ ਸਿੱਖ ਆਏ। ਉਹਨਾਂ ਨੇ ਆ ਕੇ ਬੇਨਤੀ ਕੀਤੀ ਸੀ, ਮਹਾਰਾਜ ਜੀਵ ਦੇ ਜੀਵਨ ਵਿੱਚੋਂ ਵਿਕਾਰ ਕਿਵੇਂ ਘਟਣ। ਕਿਉਂਕਿ ਭਾਵੇਂ ਅਸੀਂ ਬਾਣੀ ਵੀ ਪੜ੍ਹਦੇ ਹਾਂ, ਸੰਗਤ ਵਿੱਚ ਵੀ ਆਉਂਦੇ ਹਾਂ, ਪਰ ਮਹਾਰਾਜ ਸਾਡੇ ਉਹ ਵਿਕਾਰ ਫਿਰ ਉਵੇਂ ਦੇ ਉਵੇਂ ਰਹਿ ਜਾਂਦੇ ਨੇ। ਆਪਾਂ ਨੂੰ ਵੀ ਇਹ ਗੱਲ ਕਬੂਲ ਕਰ ਲੈਣੀ ਚਾਹੀਦੀ ਹੈ। ਭਾਵੇਂ ਆਪਾਂ ਵੀ ਬਾਣੀ ਪੜ੍ਹਦੇ ਹਾਂ, ਸੰਗਤ ਵਿੱਚ ਵੀ ਆਉਂਦੇ ਹਾਂ, ਸੇਵਾ ਵੀ ਕਰਦੇ ਹਾਂ, ਪਰ ਵਿਕਾਰ ਤਾਂ ਉਸੇ ਤਰ੍ਹਾਂ ਹੀ ਹਨ। ਆਪਾਂ ਕਦੇ ਵਿਚਾਰ ਨਹੀਂ ਕੀਤੀ। ਇਹ ਵਿਚਾਰ ਨੂੰ ਕਰਨਾ ਹੀ ਗੁਰੂ ਦੇ ਸ਼ਬਦ ਦੀ ਵਿਚਾਰ ਹੈ ਵੀ ਮੈਂ ਇਤਨੇ ਸਮੇਂ ਤੋਂ ਆ ਰਿਹਾ ਹਾਂ, ਮੈਨੂੰ ਕੀ ਲਾਭ ਹੋਇਆ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਤੁਸੀਂ ਇੱਦਾਂ ਕਰਿਆ ਕਰੋ, ਰਾਤ ਨੂੰ ਸੌਣ ਲੱਗਿਆ ਨਾ ਉਹ ਲਿਖਿਆ ਕਰੋ ਵੀ ਅੱਜ ਮੈਂ ਕੀ ਗਲਤ ਕੀਤਾ ਹੈ, ਕੀ ਮੈਂ ਝੂਠ ਬੋਲਿਆ ਹੈ, ਕੀ ਮੈਂ ਨਿੰਦਿਆ ਕੀਤੀ ਹੈ, ਕੀ ਮੇਰੇ ਤੋਂ ਮਾੜਾ ਕਰਮ ਹੋਇਆ। ਇਹ ਤਾਂ ਸੁਭਾਵਿਕ ਹੈ ਕਿ ਅਸੀਂ ਜੀਵ ਅਲਪੱਗ ਹਾਂ, ਆਪਣੇ ਕੋਲੋਂ ਸਹਿਜ ਸੁਭਾਅ ਹੀ ਗਲਤੀ ਹੋ ਜਾਂਦੀ। ਕਈ ਵਾਰ ਆਪਾਂ ਉਹ ਕਰਨੀ ਨਹੀਂ ਚਾਹੁੰਦੇ, ਉਹ ਸਮਾਂ ਐਸਾ ਹਾਲਾਤ ਹੁੰਦਾ ਵੀ ਉੱਥੇ ਉਹ ਗਲਤੀ ਹੋ ਜਾਂਦੀ ਹੈ। ਕੋਈ ਝੂਠ ਬੋਲਿਆ ਗਿਆ, ਕੋਈ ਨਿੰਦਿਆ ਹੋ ਗਈ। ਤਾਂ ਉਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰਾਤ ਨੂੰ ਤੁਸੀਂ ਸੌਣ ਤੋਂ ਪਹਿਲਾਂ ਉਹ ਚੀਜ਼ ਨੂੰ ਨੋਟ ਕਰਿਆ ਕਰੋ। ਜਦੋਂ ਤੁਸੀਂ ਆਪਾਂ ਕਿਸੇ ਚੀਜ਼ ਦੀ ਪੜਚੋਲ ਕਰਨ ਲੱਗ ਪਏ ਨਾ, ਆਪਾਂ ਨੂੰ ਉਹ ਕਮੀ ਦਿਖਾਈ ਦੇਣ ਲੱਗ ਪਈ, ਫਿਰ ਆਪਾਂ ਉਹਨੂੰ ਦੂਰ ਕਰਨ ਦਾ ਯਤਨ ਕਰਾਂਗੇ। ਤਾਂ ਉਹ ਜਦੋਂ ਇਸ ਤਰ੍ਹਾਂ ਉਹਨਾਂ ਨੇ ਕਰਨਾ ਕਰ ਦਿੱਤਾ ਤੇ ਫਿਰ ਮਹਾਰਾਜ ਕਹਿੰਦੇ ਜੇ ਹੋਰ ਵੀ ਵਿਕਾਰ, ਜੇ ਫਿਰ ਵੀ ਨਹੀਂ ਵਿਕਾਰ ਜਾਣ ਛੱਡਦੇ, ਫਿਰ ਜਦੋਂ ਸੰਗਤ ਇਕੱਠੀ ਹੁੰਦੀ ਹੈ, 10-20 ਗੁਰਮੁਖ ਇਕੱਠੇ ਹੋ ਗਏ ਜਾਂ ਵੈਸੇ ਗੁਰਦੁਆਰੇ ਵਿੱਚ ਧਰਮਸਾਲ ਵਿੱਚ ਸੰਗਤ ਇਕੱਠੀ ਹੋਵੇ, ਉੱਥੇ ਆ ਕੇ ਦੱਸਣਾ ਹੈ ਕਿ ਗੁਰੂ ਦੀ ਸੰਗਤ ਗੁਰਮੁਖੋ ਮੈਨੂੰ ਇਹ ਵਿਕਾਰ ਨਹੀਂ ਛੱਡਦਾ, ਮੈਂ ਬੜਾ ਯਤਨ ਕੀਤਾ ਹੈ। ਜਦੋਂ ਆਪਾਂ ਸੰਗਤ ਵਿੱਚ ਕਿਸੇ ਚੀਜ਼ ਦੇ ਸ਼ੇਅਰ ਕਰਾਂਗੇ, ਉਹਦੀ ਵਿਚਾਰ ਕਰਾਂਗੇ, ਉਹਦਾ ਅਸਰ ਹੋਵੇਗਾ। ਤਾਂ ਉਹਨਾਂ ਨੇ ਉਸੇ ਤਰ੍ਹਾਂ ਕਰਨਾ ਕੀਤਾ। ਸਮਾਂ ਆਇਆ, ਥੋੜ੍ਹੇ ਸਮੇਂ ਬਾਅਦ ਹੀ ਉਹਨਾਂ ਦੇ ਸਾਰੇ ਵਿਕਾਰ ਖਤਮ ਹੋ ਗਏ। ਰਹਿਤ ਰਹਿਤ ਰਹਿ ਜਾਏ ਵਿਕਾਰਾ। ਅਜੇ ਤੇ ਆਪਾਂ ਇਹਦੀ ਪੜਚੋਲ ਹੀ ਨਹੀਂ ਕਰ ਰਹੇ ਵੀ ਮੇਰੇ ਤੋਂ ਗਲਤ ਕੀ ਰੋਜ਼ ਹੁੰਦਾ ਹੈ। ਆਪਾਂ ਕੋਈ ਇੱਕ ਚੰਗਾ ਕੰਮ ਕਰ ਲਈਏ ਤੇ ਉਹਨੂੰ ਗਿਣੀ ਜਾਂਦੇ ਹਾਂ। ਜੇ ਕੋ ਏਕ ਕਰੈ ਚੰਗਿਆਈ, ਮਨ ਚਿੱਤ ਬਹੁਤ ਬਫਾਵੈ। ਅੰਮ੍ਰਿਤ ਵੇਲੇ ਉੱਠਿਆ, ਥੋੜ੍ਹਾ ਜਿਹਾ ਨਿਤਨੇਮ ਕਰ ਲਿਆ, ਗੁਰਦੁਆਰੇ ਆ ਗਿਆ, ਆਪਾਂ ਕਹਿੰਦੇ ਬਸ ਮੈਂ ਬਹੁਤ ਚੰਗਾ ਕੰਮ ਕਰ ਲਿਆ ਹੈ।
ਕੀਤਾ ਹੈ, ਪਰ ਇਹਨੂੰ ਗਿਣਨਾ ਨਹੀਂ ਹੈ। ਪਰ ਆਪਾਂ ਗਿਣੀਏ ਸਾਰਾ ਦਿਨ। ਮਹਾਰਾਜ ਕਹਿੰਦੇ ਜੇ ਕੋ ਏਕ ਕਰੈ ਚੰਗਿਆਈ, ਮਨ ਚਿਤ ਬੋਤ ਬਫਾਵੈ, ਏਤੇ ਗੁਣ ਏਤੀਆਂ ਚੰਗਿਆਈਆਂ, ਦੇਹ ਨਾ ਪਛੋਤਾਵੈ। ਤੋ ਇਹ ਗੁਰੂ ਦੇ ਸ਼ਬਦ ਦੇ ਵਿਚਾਰ ਜਦੋਂ ਆਪਾਂ ਕਰਨ ਲੱਗ ਜਾਾਂਗੇ, ਭਾਵ ਉਹਨੂੰ ਆਪਣੇ ਜੀਵਨ ਵਿੱਚ ਵਸਾਉਣ ਲੱਗ ਜਾਾਂਗੇ, ਤਾਂ ਮਹਾਰਾਜ ਕਹਿੰਦੇ ਅੰਦਰ ਆਨੰਦ ਆਉਣ ਲੱਗ ਜਾਏਗਾ, ਮਨ ਨੂੰ ਸਕੂਨ ਮਿਲਣ ਲੱਗ ਜਾਵੇਗਾ, ਮਨ ਖੁਸ਼ ਰਹਿਣ ਲੱਗ ਪਵੇਗਾ। ਨਹੀਂ ਤੇ ਮਨ ਸੜਿਆ ਭੁੱਜਿਆ ਹੀ ਰਹਿੰਦਾ ਹੈ, ਦੁਖੀ ਹੀ ਰਹਿੰਦਾ ਹੈ। ਅੰਤਰ ਸ਼ਬਦ ਵਸਾਇਆ, ਦੁੱਖ ਕਟਿਆ, ਚਾਨਣ ਕੀਆ ਕਰਤਾਰ। ਜਦੋਂ ਗੁਰੂ ਦੀ ਮੱਤ ਲੈ ਕੇ ਚੱਲੇ, ਗੁਰੂ ਨੇ ਅੰਦਰ ਸ਼ਬਦ ਵਸਾ ਦਿੱਤਾ। ਜਦੋਂ ਅਭਿਆਸ ਕਰਕੇ ਆਪਣੇ ਅੰਦਰ ਸ਼ਬਦ ਵਸਾਇਆ, ਦੁੱਖ ਕਟਿਆ ਗਿਆ ਸਾਰਾ। ਦੁਖੀ ਸਾਡਾ ਮਨ ਹੈ। ਸਰੀਰ ਦੇ ਦੁੱਖ ਰੋਗ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ, ਪਰ ਸਭ ਤੋਂ ਵੱਡੀ ਗੱਲ ਹੈ ਮਨੁੱਖ ਦਾ ਮਨ ਦੁਖੀ ਹੈ ਕਿ ਸੁਖੀ ਹੈ। ਸਰੀਰ ਜਦੋਂ ਤੱਕ ਹੈ, ਇਹਨੇ ਤੇ ਦੁੱਖ ਸੁੱਖ ਰੋਗ ਇਹਦੇ ਤੇ ਆਉਣਾ ਹੀ ਆਉਣਾ ਹੈ। ਸਮੇਂ ਦੀ, ਮੌਸਮ ਦੀ, ਹਾਲਾਤ ਐਸੀ ਸਮਾਜ ਦੀ ਹੁੰਦੀ ਹੈ, ਉਹਦਾ ਅਸਰ ਹੁੰਦਾ ਹੈ। ਪਰ ਜਿਹੜਾ ਮਨ ਹੈ ਉਹ ਤਾਂ ਕਈ ਵਾਰ ਚੰਗੇ ਥਾਂ ਤੇ ਬੈਠਾ ਵੀ ਦੁਖੀ ਹੁੰਦਾ ਹੈ। ਮਨ ਤਾਂ ਫੁੱਲਾਂ ਦੀ ਬਗੀਚੀ ਵਿੱਚ ਜਾ ਕੇ ਵੀ ਦੁਖੀ ਹੁੰਦਾ ਹੈ, ਤਪਦਾ ਹੁੰਦਾ ਹੈ। ਤੋ ਇਸੇ ਕਰਕੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ, ਸੁਖ ਕੇ ਬੋ ਸਾਧਨ ਕੀਏ, ਦੁੱਖੋ ਕੀਓ ਨਾ ਕੋਏ। ਸੁੱਖ ਦੇ ਸਾਧਨ ਬੜੇ ਇਕੱਠੇ ਕਰ ਲਏ, ਪਰ ਦੁਖੀ ਸੀ ਮਨ, ਉਹਦੇ ਵਾਸਤੇ ਕੁਝ ਕੀਤਾ ਹੀ ਨਹੀਂ। ਜਿਨ੍ਹਾਂ ਨੇ ਕੀਤਾ ਅਭਿਆਸ, ਉਹਨਾਂ ਦਾ ਦੁੱਖ ਕੱਟਿਆ ਗਿਆ। ਚਾਨਣ ਕੀਆ ਕਰਤਾਰ, ਕਰਤਾਰ ਵਾਹਿਗੁਰੂ ਨੇ ਉਹਨਾਂ ਦੇ ਅੰਦਰ ਚਾਨਣ ਕਰਤਾ, ਪ੍ਰਕਾਸ਼ ਕਰਤਾ। ਨਾਨਕ ਰੱਖਣ ਹਾਰਾ ਰਖਸੀ, ਆਪਣੀ ਕਿਰਪਾ ਧਾਰ। ਮਹਾਰਾਜ ਪ੍ਰਮਾਣ ਕਰਦੇ ਨੇ ਗੁਰੂ ਅਮਰਦਾਸ ਮਹਾਰਾਜ ਜੀ, ਉਹ ਰੱਖਣ ਵਾਲਾ ਵਾਹਿਗੁਰੂ, ਰੱਖਿਆ ਕਰਨ ਵਾਲਾ। ਫਿਰ ਉਹ ਆਪਣੇ ਗੁਰਮੁਖ ਪਿਆਰਿਆਂ ਦੀ, ਨਾਮ ਜਪਣ ਵਾਲਿਆਂ ਦੀ ਰੱਖਿਆ ਕਰਦਾ ਹੈ ਵਿਕਾਰਾਂ ਤੋਂ, ਹਰ ਇੱਕ ਪਾਸੇ ਤੋਂ। ਮਹੱਲਾ ਤੀਜਾ। ਗੁਰੂ ਕੀ ਸੇਵਾ ਚਾਕਰੀ, ਭੈ ਰਚਕਾਰ ਕਮਾਏ। ਇਹ ਗੁਰੂ ਦੀ ਜਿਹੜੀ ਸੇਵਾ ਚਾਕਰੀ ਹੈ ਬੜੀ ਔਖੀ ਹੈ। ਕਿਹੜੀ? ਇਹ ਜਿਹੜੀ ਸ਼ਬਦ ਨਾਲ ਜੁੜਨ ਵਾਲੀ ਹੈ। ਬਾਣੀ ਪੜ੍ਹਨੀ, ਅੰਮ੍ਰਿਤ ਵੇਲੇ ਉੱਠਣਾ, ਨਾਮ ਜਪਣਾ ਬੜੀ ਔਖੀ ਗੱਲ ਹੈ। ਅੰਮ੍ਰਿਤ ਵੇਲੇ ਆਪਾਂ ਵੇਖਦੇ ਹਾਂ ਕਿੰਨੇ ਉੱਠਦੇ ਹਨ। ਇਹ ਆਪਾਂ ਜੇ ਅੱਜ ਦਾ ਹਿਸਾਬ ਲਾਈਏ, ਲੱਖਾਂ ਰੁਪਏ ਲਾ ਕੇ ਆਪਣਾ ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਣੀ ਹੋਈ ਹੈ। ਤੇ ਆਪਣੀ ਕਲੋਨੀ ਵਿੱਚੋਂ ਕੋਈ ਵਿਰਲਾ ਘਰ ਹੋਏਗਾ ਜਿਹਨੇ ਨਾ ਮਾਇਆ ਦਿੱਤੀ ਹੋਵੇ। ਸਾਰਿਆਂ ਨੇ ਪੂਰਾ ਤਨ ਮਨ ਧਨ ਨਾਲ ਸੇਵਾ ਕੀਤੀ ਹੈ। ਬਣਾਇਆ ਵੀ ਇਹ ਗੁਰਦੁਆਰਾ ਵਧੀਆ ਬਣਨਾ ਚਾਹੀਦਾ ਹੈ। ਸਾਰਿਆਂ ਨੇ ਜ਼ੋਰ ਲਾਇਆ, ਆਪਣੇ ਵੱਡੇ ਬਜ਼ੁਰਗਾਂ ਨੇ ਵੀ ਲਾਇਆ ਜਿਹੜੇ ਇੱਥੇ ਪਹਿਲਾਂ ਸੀ। ਪਰ ਬਣਾਇਆ ਕਿਹਦੇ ਵਾਸਤੇ? ਆਪਾਂ ਆਉਂਦੇ ਤਾਂ ਹੈ ਨਹੀਂ। ਏਡਾ ਵੱਡਾ ਮਹਾਤਮ ਹੈ। ਆਸਾ ਕੀ ਵਾਰ ਦੇ ਕੀਰਤਨ ਦਾ ਹੁਣੇ ਸਮਾਪਤ ਹੋਇਆ ਹੈ। ਕਿੰਨੇ ਸੁਣਨ ਵਾਲੇ ਸਰੋਤੇ ਬੈਠੇ ਸਨ। ਗੁਰਬਾਣੀ ਦੀ ਲੜੀਵਾਰ ਕਥਾ ਗੁਰਮੁਖੋ ਇਹ ਤਾਂ ਛੇਤੀ ਪ੍ਰਾਪਤ ਨਹੀਂ ਹੁੰਦੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੁਣਾਈ ਸੀ ਦਮਦਮਾ ਸਾਹਿਬ ਦੀ ਧਰਤੀ ਤੇ 48 ਐਸੇ ਸਰੀਰ ਸਨ ਜਿਨ੍ਹਾਂ ਨੇ ਨਿਰੰਤਰ ਸਾਰੀ ਕਥਾ ਸੁਣੀ ਤੇ ਵਿਦੇਹ ਮੁਕਤ ਹੋ ਗਏ ਸੀ। ਦੇਹ ਤੋਂ ਉੱਪਰ ਚਲੇ ਗਏ, ਬ੍ਰਹਮ ਗਿਆਨ ਦੀ ਅਵਸਥਾ ਮਿਲ ਗਈ। ਇੰਨਾ ਵੱਡਾ ਮਹਾਤਮ ਹੈ ਗੁਰਬਾਣੀ ਦੀ ਕਥਾ ਦਾ। ਨਿਰੰਤਰ ਉਹਨਾਂ ਨੇ ਪੂਰੇ ਭਾਵਨਾ ਨਾਲ ਉਹਨੂੰ ਸੁਣਿਆ, ਕਮਾਇਆ, ਵਿਦੇਹ ਮੁਕਤ ਹੋ ਗਏ। ਉਹਨਾਂ ਵਿੱਚ ਬਾਬਾ ਦੀਪ ਸਿੰਘ ਜੀ ਵੀ ਆਉਂਦੇ ਹਨ। ਸੋ ਗੁਰਮੁਖੋ, ਸਾਨੂੰ ਇਹ ਪ੍ਰਾਪਤ ਹੋ ਰਹੀ, ਆਪਣੇ ਕੋਲ ਸਮਾਂ ਨਹੀਂ ਸੁਣਨ ਦਾ। ਏਡਾ ਵੱਡਾ ਆਪਾਂ ਸਥਾਨ ਬਣਾਇਆ। ਸ਼ਾਮ ਨੂੰ ਕਿੰਨੀ ਸੰਗਤ ਹੁੰਦੀ ਹੈ, ਸਵੇਰ ਨੂੰ ਕਿੰਨੀ। ਜਿੰਨੀ ਵੱਡੀ ਕਲੋਨੀ ਹੈ ਉਹਦੇ ਹਿਸਾਬ ਨਾਲ ਤੇ ਦਰਬਾਰ ਭਰਿਆ ਹੋਣਾ ਚਾਹੀਦਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸੇਵਾ ਬੜੀ ਔਖੀ, ਚਾਕਰੀ ਬੜੀ ਔਖੀ ਹੈ ਇਹ ਕਰਨੀ। ਆਪਾਂ ਪੈਸਾ ਦੇ ਦਿਆਂਗੇ ਗੁਰਦੁਆਰਾ ਸਾਹਿਬ ਨੂੰ, ਪੱਥਰ ਲਵਾ ਦਾਂਗੇ, ਕੋਈ ਹੋਰ ਸਮਾਨ ਚਾਹੀਦਾ ਉਹ ਦੇ ਦਿਆਂਗੇ, ਪਰ ਆਪਾਂ ਸਰੀਰ ਕਰਕੇ ਆਉਣ ਨੂੰ ਤਿਆਰ ਨਹੀਂ।
ਹਾਜ਼ਰੀ ਭਰਨ ਨੂੰ ਤਿਆਰ ਨਹੀਂ, ਕਿਉਂਕਿ ਬੜੀ ਔਖੀ ਗੱਲ ਹੈ। ਕੌਣ ਆ ਕੇ ਬੈਠੇ, ਕੌਣ ਸੁਣੇ ਭਾਵਨਾ ਨਾਲ, ਸ਼ਰਧਾ ਨਾਲ ਬਾਣੀ ਨੂੰ। ਮਹਾਰਾਜ ਕਹਿੰਦੇ ਗੁਰ ਕੀ ਸੇਵਾ ਚਾਕਰੀ, ਭੈ ਰਚ ਕਾਰ ਕਮਾਏ। ਉਹਦੇ ਭੈ ਵਿੱਚ ਰਚ ਜਾ, ਡਰ ਵਿੱਚ ਚੱਲ ਗੁਰੂ ਦੇ, ਤੇ ਫਿਰ ਇਹ ਕਾਰ ਕਮਾ ਬੰਦਗੀ ਦੀ, ਗੁਰੂ ਦੀ ਸੇਵਾ ਦੀ। ਜਿਵੇਂ ਸਾਨੂੰ ਵੀ ਮਹਾਰਾਜ ਨੇ ਸੇਵਾ ਦਿੱਤੀ ਹੈ, ਜੇ ਅਸੀਂ ਭੈ ਵਿੱਚ ਕਰਾਂਗੇ ਨਾ ਬਖਸ਼ਿਸ਼ ਹੋਵੇਗੀ। ਪਰ ਅਸੀਂ ਤੇ ਭੈ ਮੰਨਦੇ ਹਾਂ ਪ੍ਰਧਾਨ ਦਾ, ਮੈਂਬਰਾਂ ਦਾ, ਸਾਰੇ ਗੁਰਦੁਆਰਿਆਂ ਦੀ ਗੱਲ ਕਰਦਾ ਹਾਂ ਵੀ ਅਸੀਂ ਉਹਨਾਂ ਦਾ ਮੰਨਦੇ ਹਾਂ, ਗੁਰੂ ਦਾ ਨਹੀਂ ਮੰਨਦੇ। ਆਪਾਂ ਡਿਊਟੀ ਕਰੀਏ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ, ਮੈਂ ਤਾਂ ਮਹਾਰਾਜ ਦੀ ਡਿਊਟੀ ਕਰਨੀ ਹੈ। ਜੇ ਆਪਾਂ ਡਿਊਟੀ ਕਰੀਏ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ, ਗੁਰੂ ਦੇ ਭੈ ਵਿੱਚ ਰਚ ਕੇ, ਡਰ ਕੇ ਕਾਰ ਕਮਾਏ। ਗੁਰੂ ਨੇ ਤੈਨੂੰ ਸੇਵਾ ਦਿੱਤੀ ਹੈ। ਜਿਹੜੇ ਸੁਣਨ ਵਾਲੇ ਤੁਸੀਂ ਸੰਗਤਾਂ ਹੋ, ਆਪਾਂ ਭੈ ਨਾਲ ਆਈਏ। ਮਹਾਰਾਜ ਨੇ ਮੈਨੂੰ ਡਿਊਟੀ ਲਾਈ ਸੁਣਨ ਦੀ, ਮੈਂ ਸੁਣਾ ਜਾ ਕੇ। ਇਹ ਕਥਾ ਕੀਰਤਨ ਕਿਹਦੇ ਵਾਸਤੇ ਹੋ ਰਿਹਾ, ਪਾਠ ਕਿਹਦੇ ਵਾਸਤੇ ਹੋ ਰਿਹਾ? ਸਾਡੇ ਵਾਸਤੇ ਹੋ ਰਿਹਾ ਹੈ। ਅਸੀਂ ਜਾ ਕੇ ਸੁਣਨਾ ਹੈ, ਸਾਡੀ ਡਿਊਟੀ ਹੈ। ਜਿਵੇਂ ਤੁਸੀਂ ਸਾਡੀ ਡਿਊਟੀ ਲਾਈ ਵੀ ਤੁਸੀਂ ਇੱਥੇ ਕਥਾ ਕਰਨੀ, ਕੀਰਤਨ ਕਰਨਾ ਹੈ, ਬਾਣੀ ਪੜ੍ਹਨੀ ਹੈ, ਤੇ ਤੁਹਾਡੀ ਵੀ ਤਾਂ ਡਿਊਟੀ ਹੈ ਸੁਣਨ ਦੀ। ਸੰਗਤ ਦੀ ਡਿਊਟੀ ਹੈ ਸੁਣਨ ਦੀ, ਸੇਵਾ ਕਰਨੀ ਹੈ। ਇਹ ਵੀ ਜਿੱਥੇ ਆਪਾਂ ਦੂਜੀਆਂ ਸੇਵਾਵਾਂ ਕਰਨੀਆਂ ਨੇ, ਗੁਰੂ ਘਰ ਦੇ ਅੰਦਰ ਸਾਫ ਸਫਾਈ, ਲੰਗਰ ਵਿੱਚ ਸੇਵਾ, ਉੱਥੇ ਗੁਰਬਾਣੀ ਕਥਾ ਕੀਰਤਨ ਸੁਣਨ ਦੀ ਵੀ ਸੇਵਾ, ਇਹ ਮਾਮੂਲੀ ਗੱਲ ਨਹੀਂ ਹੈ, ਬਹੁਤ ਵੱਡੀ ਸੇਵਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਹਾ ਸੇਵੈ ਤਿਹੁ ਹੋਵੈ, ਜੇ ਚੱਲੈ ਤਿਸੈ ਰਜਾਏ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਜਿਵੇਂ ਜਿਹਾ ਇਹ ਸੇਵਦਾ ਹੈ, ਜਿਹਨੂੰ ਸੇਵਦਾ ਹੈ ਉਸੇ ਤਰ੍ਹਾਂ ਦਾ ਹੋ ਜਾਂਦਾ ਹੈ। ਜੇ ਰੱਬ ਨੂੰ ਸੇਵੋਗੇ ਰੱਬ ਹੀ ਹੋ ਜਾਵੋਗੇ। ਤੇ ਭਗਤ ਨਾਮਦੇਵ ਜੀ ਫਰਮਾਨ ਕਰਦੇ ਨੇ ਕਿ ਜਿਹੜਾ ਜਿਹਦੀ ਸੇਵਾ ਕਰਦਾ ਨਾ ਉਹੀ ਹੋ ਜਾਂਦਾ ਹੈ। ਭੈਰੋ ਭੂਤ ਸੀਤਲਾ ਧਾਵੈ, ਖਰ ਬਾਹਣ ਉਹ ਚਾਰੂ ਡਾਵੈ, ਇਉਂ ਤੋਂ ਏਕ ਰਮਈਆ ਲੈਓ, ਆਨ ਦੇ ਬਦਲਾਵਨ ਦੇਵੋ। ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਨੇ, ਕਬੀਰ ਹਰਿ ਕਾ ਸਿਮਰਨ ਛਾੜ ਕੇ, ਅਹੋਈ ਰਾਖੈ ਨਾਰ, ਗਦੀ ਹੋਇ ਕੈ ਉਹ ਤਰੈ ਭਾਸ ਰਹਿ ਮਨ ਚਾਰ। ਤੇ ਭਗਤ ਕਬੀਰ ਸਾਹਿਬ ਜੀ ਇਸ ਪਰਥਾਏ ਹੋਰ ਵੀ ਬਚਨ ਕਰਦੇ ਹਨ। ਭਾਵ ਜਿਸ ਤਰ੍ਹਾਂ ਦਾ ਕੋਈ ਸੇਵਾ ਕਰਦਾ ਉਹੀ ਚੀਜ਼ ਉਸੇ ਨੂੰ, ਜਿਹੜੀ ਚੀਜ਼ ਪਿਆਰੀ ਹੁੰਦੀ ਉਹੀ ਹੋ ਜਾਂਦਾ। ਪਰ ਰੱਬ ਦਾ ਧਿਆਨ ਧਰਨ ਵਾਲਾ ਰੱਬ ਰੂਪ ਹੀ ਹੋ ਜਾਂਦਾ ਹੈ। ਨਾਨਕ ਸਭ ਕਿਛ ਆਪੈ, ਅਵਰ ਨ ਦੂਜੀ ਜਾਏ। ਮਹਾਰਾਜ ਕਹਿੰਦੇ, ਜਿਹਾ ਸੇਵੈ ਤਿਹੁ ਹੋਵੈ, ਜੇ ਚੱਲੈ ਤਿਸੈ ਰਜਾਏ। ਜੇ ਉਹਦੀ ਰਜਾ ਵਿੱਚ ਚੱਲੇ ਨਾ ਤੇ ਉਹਦਾ ਹੀ ਰੂਪ ਹੋ ਜਾਂਦਾ ਹੈ। ਤਾਂ ਹੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਖਾਲਸਾ ਮੇਰੋ ਰੂਪ ਹੈ ਖਾਸ, ਕਿਉਂਕਿ ਖਾਲਸਾ ਗੁਰੂ ਦੇ ਭੈ ਵਿੱਚ ਚੱਲਦਾ ਹੈ। ਨਾਨਕ ਸਭ ਕਿਛ ਆਪ ਹੈ, ਅਵਰ ਨ ਦੂਜੀ ਜਾਏ। ਸਾਰਾ ਕੁਝ ਵਾਹਿਗੁਰੂ ਆਪ ਹੈ, ਦੂਜੀ ਕੋਈ ਹੋਰ ਜਗ੍ਹਾ ਹੈ ਹੀ ਨਹੀਂ। ਜਿੱਥੇ ਵਾਹਿਗੁਰੂ ਨਾ ਹੋਵੇ, ਜਿੱਥੇ ਮਰਜ਼ੀ ਚਲੇ ਜਾਓ, ਸਾਰੇ ਪਾਸਿਓਂ ਪਰਮਾਤਮਾ ਵਰਤ ਰਿਹਾ। ਪੌੜੀ ਤੇਰੀ ਵਡਿਆਈ ਤੂੰ ਹੈ ਜਾਣਦਾ, ਤੁਧ ਜੇ ਵਡਾ ਅਵਰ ਨਾ ਕੋਈ। ਹੇ ਮਾਲਕ ਵਾਹਿਗੁਰੂ, ਗੁਰਮੁਖ ਨਾਮ ਜਪਦੇ ਹੋਏ ਹੰਕਾਰ ਨਹੀਂ ਕਰਦੇ। ਉਹ ਕਹਿੰਦੇ, ਮਾਲਕ ਵਾਹਿਗੁਰੂ ਤੇਰੀ ਵਡਿਆਈ ਨੂੰ ਅਸੀਂ ਪੂਰਨ ਰੂਪ ਵਿੱਚ ਨਹੀਂ ਜਾਣ ਸਕਦੇ। ਕਿੰਨੀ ਕੁ ਤੇਰੀ ਵਡਿਆਈ ਹੈ, ਕੋਈ ਅੰਤ ਨਹੀਂ। ਤੇਰੀ ਵਡਿਆਈ ਤੂੰ ਹੈ ਜਾਣਦਾ, ਤੂੰ ਹੀ ਜਾਣਦਾ ਹੈ। ਤੁਧ ਜੇਵੜ ਅਵਰ ਨਾ ਕੋਈ, ਤੇਰੇ ਜਿੱਡਾ ਵੱਡਾ ਹੋਰ ਕੋਈ ਨਹੀਂ ਹੈ। ਭਾਵੇਂ ਕੋਈ ਕੁਝ ਵੀ ਬਣ ਜਾਵੇ, ਕਿੰਨਾ ਗਿਆਨ ਇਕੱਠਾ ਕਰ ਲਵੇ, ਕਿੰਨੀਆਂ ਸਮਾਧੀਆਂ ਲਾ ਲਵੇ, ਰੱਬ ਦੇ ਵਰਗਾ ਨਹੀਂ ਕੋਈ ਬਣ ਸਕਦਾ। ਪਰਮਾਤਮਾ ਵਾਹਿਗੁਰੂ ਅਸੀਮ ਹੈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ, ਤੁਧ ਜੇਵੜ ਹੋਰ ਸ਼ਰੀਕ ਹੋਵੈ ਤਾਂ ਆਖੀਐ, ਤੁਧ ਜੇਵੜ ਤੂੰ ਹੈ ਹੋਈ। ਮਾਲਕ ਵਾਹਿਗੁਰੂ ਤੇਰੇ ਵਰਗਾ ਹੋਰ ਕੋਈ ਨਹੀਂ ਹੈ, ਨਾ ਕੋਈ ਤੇਰਾ ਸ਼ਰੀਕ ਹੈ। ਤੇਰੇ ਜਿੱਡਾ ਕੋਈ ਹੋਵੇ ਤੇ ਉਹੀ ਸ਼ਰੀਕ ਬਣ ਸਕਦਾ ਹੈ। ਤੁਧ ਜੇਵੜ ਹੋਰ ਸ਼ਰੀਕ ਹੋਵੇ ਤਾਂ ਆਖੀਐ, ਕੋਈ ਬਰਾਬਰ ਹੋਵੇ।
ਤਾਂ ਕਹਿ ਸਕਦੇ ਹਾਂ ਕਿ ਰੱਬ ਦੇ ਬਰਾਬਰ ਹੈ। ਤੁਧ ਜੇਵੜ ਤੂੰ ਹੈ ਹੋਈ, ਤੇਰੇ ਵਰਗਾ ਤੇ ਬਸ ਤੂੰ ਹੀ ਹੈ, ਹੋਰ ਕੋਈ ਨਹੀਂ ਹੈ। ਜਿਨ ਤੂੰ ਸੇਵਿਆ ਤਿਨ ਸੁਖ ਪਾਇਆ, ਔਰ ਤਿਸ ਦੀ ਰੀਸ ਕਰੇ ਕਿਆ ਕੋਈ। ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਿਆ ਭਾਈ, ਉਹਨਾਂ ਨੂੰ ਸੁਖ ਮਿਲਿਆ ਹੈ। ਪਰ ਜਪਣ ਦਾ ਪੈਮਾਨਾ ਕੀ ਹੈ? ਜਿਵੇਂ ਆਪਾਂ ਕਰਦੇ ਹਾਂ ਇਸ ਤਰ੍ਹਾਂ ਨਹੀਂ। ਜਿਵੇਂ ਰਾਮ ਵਿੱਚ ਬੇਨਤੀ ਕੀਤੀ ਹੈ ਵੀ ਉਹਨੂੰ ਕਮਾਣਾ ਹੈ, ਆਪਣੇ ਜੀਵਨ ਵਿੱਚ ਧਾਰਨ ਕਰਨਾ ਹੈ। ਵੀ ਇੰਨੇ ਸਮਣ ਤੋਂ ਮੈਂ ਨਾਮ ਜਪ ਰਿਹਾ, ਬਾਣੀ ਪੜ੍ਹ ਰਿਹਾ, ਕੀ ਮੈਂ ਵਕਾਰ ਛੱਡ ਦਿੱਤੇ ਨੇ, ਮਾੜੀਆਂ ਚੀਜ਼ਾਂ ਦਾ ਤਿਆਗ ਕਰ ਦਿੱਤਾ ਹੈ? ਜੇ ਨਹੀਂ ਤੇ ਫਿਰ ਆਪਾਂ ਨਾਮ ਨਹੀਂ ਜਪਿਆ ਹੈ, ਉਹਨੂੰ ਧਾਰਨ ਨਹੀਂ ਕੀਤਾ। ਜਪਦੇ ਜ਼ਰੂਰ ਰਹੇ ਹਾਂ, ਰਸਨਾ ਤੋਂ ਧਾਰਨ ਨਹੀਂ ਕੀਤਾ। ਜਿਵੇਂ ਸਾਖੀਕਾਰਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਦੀ ਇੱਕ ਸਾਖੀ ਲਿਖੀ ਹੈ ਕਿ ਕੁਝ ਸਿੱਖਾਂ ਨੇ, ਪ੍ਰੇਮੀਆਂ ਨੇ ਬੇਨਤੀ ਕੀਤੀ, ਮਹਾਰਾਜ ਬਾਣੀ ਤਾਂ ਤੁਹਾਡੀ ਉਹੀ ਹੈ, ਪਰ ਕਈਆਂ 'ਤੇ ਬੜਾ ਅਸਰ ਹੁੰਦਾ ਹੈ ਅਤੇ ਕਈਆਂ 'ਤੇ ਅਸਰ ਨਹੀਂ ਹੁੰਦਾ। ਬਾਣੀ ਬਰਾਬਰ ਪੜ੍ਹਦੇ ਨੇ। ਕਾਰਨ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਕਿ ਭਾਈ ਇਹ ਇੱਦਾਂ ਹੈ ਜਿਵੇਂ ਕੋਈ ਨਸ਼ਾ ਕਰ ਲਵੇ ਨਾ, ਨਸ਼ਾ ਕਿਸੇ ਦੇ ਅੰਦਰ ਚਲਾ ਜਾਵੇ ਤੇ ਉਹ ਬੇਹੋਸ਼ ਹੋਵੇਗਾ, ਉਹਦੇ ਬੋਲਣ ਵਿੱਚ, ਉਹਦੇ ਤੁਰਨ ਵਿੱਚ ਫਰਕ ਪਵੇਗਾ। ਪਰ ਜਿਹਦੇ ਅੰਦਰ ਨਸ਼ਾ ਗਿਆ ਹੀ ਨਹੀਂ ਹੈ, ਉਹਨੇ ਮੂੰਹ ਵਿੱਚ ਰੱਖ ਕੇ ਤੇ ਫਿਰ ਬਾਹਰ ਕੁਰਲੀ ਕਰ ਦਿੱਤੀ ਹੋਵੇ, ਦੱਸੋ ਉਹਦੇ 'ਤੇ ਕੋਈ ਅਸਰ ਹੋਵੇਗਾ ਨਸ਼ੇ ਦਾ? ਕਹਿੰਦੇ ਨਹੀਂ ਜੀ, ਜੇ ਨਸ਼ਾ ਮੂੰਹ ਵਿੱਚ ਰੱਖ ਕੇ ਬਾਹਰੋਂ ਹੀ ਕੁਰਲੀ ਕਰਤੀ, ਅੰਦਰ ਨਹੀਂ ਜਾਣ ਦਿੱਤਾ, ਤੇ ਉਹਦਾ ਕੋਈ ਅਸਰ ਨਹੀਂ ਹੋਵੇਗਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਭਾਈ ਜਿਹੜੇ ਬਾਣੀ ਦੀਆਂ ਕੁਰਲੀਆਂ ਕਰਦੇ ਨੇ, ਉਹਨਾਂ 'ਤੇ ਬਾਣੀ ਦਾ ਅਸਰ ਨਹੀਂ ਹੁੰਦਾ। ਬੜਾ ਹੁੱਬ ਕੇ ਨਾ ਜਦੋਂ ਕੋਈ ਆਵੇ ਤੇ ਬਾਣੀ ਪੜ੍ਹਨਗੇ, ਸੁਣਾਉਣਗੇ, ਵੀ ਮੇਰੇ ਵਰਗਾ ਤੇ ਪਾਠੀ ਕੋਈ ਜੰਮਣਾ ਹੀ ਨਹੀਂ ਹੈ। ਕਥਾ ਕੀਰਤਨ ਵੀ ਆਪਾਂ ਉਸ ਹਿਸਾਬ ਨਾਲ ਕਰੀਏ ਵੀ ਕੋਈ ਆਵੇ ਤੇ ਬੜਾ, ਪਰ ਗੁਰੂ ਦੇ ਭੈ ਵਿੱਚ ਨਹੀਂ। ਜੇ ਕੋਈ ਨਹੀਂ ਹੈ ਤੇ ਨਾ ਸੀ, ਆਪਾਂ ਤੇ ਗੁਰੂ ਦੇ ਭੈ ਵਿੱਚ ਕਰਨਾ ਹੈ ਪਾਠ, ਨਿਤਨੇਮ, ਸੇਵਾ, ਸਿਮਰਨ। ਜੇ ਤੇ ਭੈ ਵਿੱਚ ਕਰਾਂਗੇ ਫਿਰ ਤੇ ਉਹਦਾ ਸਾਨੂੰ ਸਰੂਰ ਹੋਵੇਗਾ, ਅਸਰ ਹੋਵੇਗਾ, ਅਵਸਥਾ ਬਣੇਗੀ। ਤੇ ਜੇ ਆਪਾਂ ਬਾਹਰ ਧਿਆਨ ਰਿਹਾ ਤੇ ਫਿਰ ਗੱਲ ਨਹੀਂ ਬਣਨੀ। ਆਪਾਂ ਲੋਕਾਂ ਨੂੰ ਸੁਣਾਉਂਦੇ ਰਹਿ ਗਏ। ਕਬੀਰ ਅਵਰੈ ਕੋ ਉਪਦੇਸ਼ ਦੇ, ਮੁਖ ਮੈਂ ਪਰ ਹੈ ਰੇਤ, ਰਾਸ ਬਿਰਾਨੀ ਰਾਖਤੇ, ਖਾਇਆ ਘਰ ਕਾ ਖੇਤ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹੋਰਾਂ ਨੂੰ ਉਪਦੇਸ਼ ਕਰੀ ਗਏ। ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਆਪਾਂ ਉਹ ਬਾਣੀ ਨੂੰ ਦੂਜਿਆਂ ਨੂੰ ਕਹੋ ਤੁਸੀਂ ਪਿਆਰ ਨਾਲ ਪੜ੍ਹਿਆ ਕਰੋ, ਸੁਣਿਆ ਕਰੋ, ਆਪਾਂ ਉਹ ਕਰਦੇ ਹੀ ਨਹੀਂ ਹੈ, ਸਾਡੋ ਕਿਵੇਂ ਭਲਾ ਹੋਵੇਗਾ? ਤੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ, ਜਿਨ੍ਹਾਂ ਨੇ ਜਪਿਆ ਉਹਨਾਂ ਨੂੰ ਸੁੱਖ ਮਿਲਿਆ, ਉਹਨਾਂ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ। ਜਿਨ ਤੂੰ ਸੇਵਿਆ ਤਿਨ ਸੁਖ ਪਾਇਆ, ਹੋਰ ਤਿਸ ਦੀ ਰੀਸ ਕਰੇ ਕਿਆ ਕੋਈ। ਮੰਨੇ ਕੀ ਗਤ ਕਹੀ ਨਾ ਜਾਏ, ਤੂੰ ਭੰਨਣ ਘੜਨ ਸਮਰੱਥ ਦਾਤਾਰ ਹੈ, ਤੁਧ ਅੱਗੇ ਮੰਗਣ ਨੂੰ ਹੱਥ ਜੋੜ ਕਲੀ ਸਭ ਹੋਈ। ਹੇ ਵਾਹਿਗੁਰੂ ਤੂੰ ਭੰਨਣ ਵਾਲਾ ਹੈ, ਸਾਰਿਆਂ ਨਾਸ ਕਰਨ ਵਾਲਾ ਹੈ, ਘੜਨ ਵਾਲਾ, ਬਣਾਉਣ ਵਾਲਾ ਹੈ, ਸਮਰੱਥ ਹੈ, ਦਾਤਾਰ ਹੈ, ਦਾਤਾਂ ਦੇਣ ਵਾਲਾ ਹੈ। ਤੇਰੇ ਅੱਗੇ ਕੇਵਲ ਮਨੁੱਖ ਹੀ ਨਹੀਂ, ਸਾਰੀ ਸ੍ਰਿਸ਼ਟੀ ਦੇ ਜੀਵ ਜੰਤੂ, ਦੇਵੀ ਦੇਵਤੇ, ਭੂਤ ਪ੍ਰੇਤ, ਜੋ ਕੁਝ ਵੀ ਹੈ ਸਾਰੇ ਤੇਰੇ ਕੋਲੋਂ ਹੱਥ ਬਨ ਕੇ ਜਾਤਾਂ ਮੰਗਦੇ ਹਨ। ਤੁਧ ਦੇਵੜ ਦਾਤਾਰ ਮੈਂ ਕੋਈ ਨਜ਼ਰ ਨਾ ਆਵਈ, ਤੁਧ ਸਭ ਸਹਿ ਨੂੰ ਦਾਨ ਦਿੱਤਾ, ਖੰਡੀ ਵਰ ਭੰਡੀ ਪਾਤਾਲੀ ਪੁਰੀ ਸਭ ਲੋਈ। ਹੇ ਵਾਹਿਗੁਰੂ ਤੇਰੇ ਵਰਗਾ ਮੈਨੂੰ ਹੋਰ ਕੋਈ ਨਜ਼ਰ ਨਹੀਂ ਆਉਂਦਾ। ਤੂੰ ਸਾਰਿਆਂ ਨੂੰ ਦਾਨ ਦਿੱਤਾ ਹੈ, ਸਭ ਤਰ੍ਹਾਂ ਕਰਕੇ, ਖੰਡਾਂ, ਵਰਭੰਡਾਂ, ਪਾਤਾਲਾਂ, ਪੁਰੀਆਂ ਦੇ ਵਿੱਚ ਸਾਰੇ ਲੋਕਾਂ ਨੂੰ, ਸਾਰੇ ਲੋਕਾਂ ਦੇ ਵਿੱਚ ਜਿਸ ਤਰ੍ਹਾਂ ਦੀ ਕਿਸੇ ਦੀ ਖੁਰਾਕ ਸੀ ਨਾ, ਉਸ ਤਰ੍ਹਾਂ ਦਾ ਹੀ ਦਾਨ ਦਿੱਤਾ ਹੈ। ਕਿਉਂਕਿ ਸਾਰਿਆਂ ਦੀ ਖੁਰਾਕ ਇੱਕ ਨਹੀਂ ਹੈ। ਆਪਾਂ ਵੇਖੀਏ ਸ਼ੇਰ ਦੀ ਖੁਰਾਕ ਕੁਝ ਹੋਰ ਹੈ, ਗਊ ਦੀ ਕੁਝ ਹੋਰ ਹੈ,
ਬੰਦਿਆਂ ਦੀਆਂ ਵੀ ਖੁਰਾਕਾਂ ਵੱਖੋ ਵੱਖਰੀਆਂ ਨੇ, ਕੀੜਿਆਂ ਦੀਆਂ, ਕੀੜੀਆਂ ਦੀਆਂ, ਕਿਰਮਾਂ ਦੀਆਂ, ਜਾਨਵਰਾਂ ਦੀਆਂ, ਭੂਤਾਂ ਦੀਆਂ, ਪ੍ਰੇਤਾਂ ਦੀਆਂ, ਦੇਵਤਿਆਂ ਦੀਆਂ। ਵਾਹਿਗੁਰੂ ਸਾਰਿਆਂ ਨੂੰ ਹੀ ਦਾਨ ਦਿੰਦਾ ਹੈ, ਜਿਸ ਤਰ੍ਹਾਂ ਦੀ ਵੀ ਕੋਈ ਜੂਨੀ ਵਿੱਚ ਹੈ। ਵਾਹਿਗੁਰੂ ਪਰਮਾਤਮਾ ਸਾਰੇ ਪਾਸੇ, ਜੋ ਪਤਾਲਾਂ ਦੇ ਵਿੱਚ, ਧਰਤੀ ਦੇ ਥੱਲੇ ਵੀ ਨੇ, ਸੈਲ ਪੱਥਰ ਮੈਂ ਜੰਤੁ ਪਾਏ, ਤਾਂ ਘਰ ਇੱਕ ਆਗਿਆ ਕਰ ਧਰਿਆ। ਪੱਥਰ ਦੇ ਵਿੱਚ ਵੀ ਜਿਹੜੇ ਜੀਵ ਪੈਦਾ ਕੀਤੇ ਨੇ, ਉਹਨਾਂ ਨੂੰ ਉਸ ਤਰ੍ਹਾਂ ਦੀ ਖੁਰਾਕ ਉੱਤੇ ਭੇਜੀ ਹੈ। ਐਸਾ ਉਹ ਮਾਲਕ ਵਾਹਿਗੁਰੂ ਨਿਰੰਕਾਰ ਹੈ। ਐਸੇ ਮਾਲਕ ਵਾਹਿਗੁਰੂ ਦੇ ਨਾਮ ਨੂੰ ਜਪੀਏ, ਸਦਕੇ ਜਾਈਏ, ਕੁਰਬਾਨ ਜਾਈਏ। ਸਤਿਗੁਰੂ ਦੀ ਅਗਾਧ ਬੋਧ ਬਾਣੀ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।